Good morning, students. Myself ਹਰਪ੍ਰੀਤ ਸਿੰਘ ਔਰ ਮੈਨੂੰ ਪਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਸਾਰੇ ਇੱਕ ਬਹੁਤ ਵੱਡੀ ਬਿਮਾਰੀ ਦੇ ਨਾਲ ਜੂਝ ਰਹੇ ਹਾਂ ਔਰ ਇਹਦੇ ਮੱਦੇਨਜ਼ਰ ਆਪਾਂ ਇੱਕ ਅੱਜ ਨਵਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ, ਫਿਜ਼ਿਕਸ ਨਾਲ ਰਿਲੇਟਡ ਟੌਪਿਕ ਹੈ, ऑप्टिक्स ਦੇ ਨਾਲ ਰਿਲੇਟਡ ਹੈ, ਲਾਈਟ ਦੇ ਨਾਲ ਰਿਲੇਟਡ ਹੈ ਔਰ आई थिंक कोई भी बोर्ड होवे, ठीक है, चाहे वो ICSE है, CBSE ਜਾਂ ਪੰਜਾਬ ਬੋਰਡ, ਹਰ ਇੱਕ ਦੇ ਵਿੱਚ ਕਾਮਨ ਟੌਪਿਕ ਹੈਗਾ ਲਾਈਟ ਦਾ। ਠੀਕ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਔਰ ਇਹਦੇ ਵਿੱਚ ਜਿਹੜਾ ਮੇਨ ਟੌਪਿਕ ਹੈਗਾ ਸਾਡਾ ਉਹ ਆਪਾਂ ਡਿਸਕਸ ਕਰਨਾ ਕਿ ਜਿਹੜੀ ਆਪਾਂ ਲਾਈਟ ਇਨਸੀਡੈਂਟ ਕਰਦੇ ਹਾਂ ਉਹਦੀ ਫਾਰਮ ਅੱਗੇ ਕਿਸ ਫਾਰਮ ਦੇ ਵਿੱਚ ਉਹ ਚੇਂਜ ਹੋ ਜਾਂਦੀ ਹੈ। ਠੀਕ ਹੈ, ਸਪੋਜ਼ ਇਹ ਟੌਪਿਕ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸੋਰਸਿਸ ਆਫ ਲਾਈਟ ਕੀ ਹੈਗੇ ਆ। ਠੀਕ ਹੈ, ਲਾਈਟ ਕਿਤੇ ਨਹੀਂ ਆ ਸਕਦੀ ਹੈ, ਚਾਹੇ ਉਹ ਸਨ ਲਾਈਟ ਹੈ, ਚਾਹੇ ਤੁਹਾਡੇ ਘਰ ਦੇ ਵਿੱਚ ਬਲਬ ਦੀ ਲਾਈਟ ਹੈਗੀ ਹੈ। ਠੀਕ ਹੈ, ਉਹ ਕੋਈ ਵੀ ਲਾਈਟ ਹੋ ਸਕਦੀ ਹੈ ਔਰ ਲਾਈਟ ਜਦੋਂ ਵੀ ਇਨਸੀਡੈਂਟ ਕਰਦੀ ਹੈ ਔਰ ਇਨਸੀਡੈਂਟ ਕਾਹਦੇ ਤੇ ਕਰਦੀ, ਕੋਈ ਨਾ ਕੋਈ ਮੀਡੀਅਮ ਤੇ ਕਰਦੀ ਹੈ। ਠੀਕ ਹੈ, ਔਰ ਉਹ ਮੀਡੀਅਮ ਉਹਨੂੰ ਕੀ ਉਸ ਜਦੋਂ ਮੀਡੀਅਮ ਤੇ ਲਾਈਟ ਸਟ੍ਰਾਈਕ ਕਰਦੀ ਹੈ ਦੈਨ ਉਹ ਕਿਸ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਹੈ, ਉਹ ਆਪਾਂ ਟੋਟਲ ਅੱਜ ਡਿਸਕਸ ਕਰਾਂਗੇ। ਆਪਾਂ ਕੁਝ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਸਪੋਜ਼ ਇੱਕ ਮੈਂ ਮੀਡੀਅਮ ਲੈ ਰਿਹਾ ਔਰ ਇਹ ਲਾਈਟ ਜਿਹੜੀ ਹੈ ਇੱਥੋਂ ਫਾਲ ਹੋ ਰਹੀ ਕਿਤੇ ਹੋਣੀ। ਠੀਕ ਹੈ, ਜਦੋਂ ਵੀ ਲਾਈਟ ਜਿਹੜੀ ਹੈ ਫਾਲ ਹੋਏਗੀ ਉਹ ਜ਼ਰੂਰੀ ਨਹੀਂ ਹੈ ਕਿ ਇਸ ਡਾਇਰੈਕਸ਼ਨ 'ਚ ਹੋਏਗੀ। ਠੀਕ ਹੈ, ਉਹ ਕਿਸੇ ਵੀ ਡਾਇਰੈਕਸ਼ਨ 'ਚ ਕਿਸੇ ਵੀ ਫਾਰਮ 'ਚ। ਠੀਕ ਹੈ, ਔਰ ਨੰਬਰ ਆਫ ਰੇਜ਼ ਆ ਜਿਹੜੀਆਂ ਫਾਲ ਕਰਦੀਆਂ ਕਿਸੇ ਨਾ ਕਿਸੇ ਮੀਡੀਅਮ ਤੇ। ਠੀਕ ਹੈ, ਇਹ ਤਾਂ ਹੈਗਾ ਸਾਡਾ ਕਿ ਲਾਈਟ ਜਿਹੜੀ ਇਨਸੀਡੈਂਟ ਹੋ ਰਹੀ ਹੈ ਔਰ ਇਨਸੀਡੈਂਟ ਉਹ ਕਿਸੇ ਵੀ ਫਾਰਮ 'ਚ ਤੇ ਕਿਤੇ ਵੀ ਇਨਸੀਡੈਂਟ ਹੋ ਸਕਦੀ ਹੈ। ਬਟ ਆਪਾਂ ਹੁਣ ਇਹਨੂੰ ਥੋੜਾ ਸਮਝਣ ਲਈ ਇੱਕ ਲਾਈਟ ਲਵਾਂਗੇ, ਇੱਕ ਰੇ ਲਵਾਂਗੇ ਜਿਹਦੇ ਨਾਲ ਤਾਂ ਕਿ ਆਪਾਂ ਆਸਾਨੀ ਦੇ ਨਾਲ ਸਮਝ ਸਕੀਏ ਕਿ ਉਹ ਲਾਈਟ ਕਿੱਥੇ ਇਨਸੀਡੈਂਟ ਹੋ ਰਹੀ ਹੈ। ਠੀਕ ਹੈ, ਸਪੋਜ਼ ਇਹ ਇਨਸੀਡੈਂਟ ਆਪਾਂ ਇਹ ਮੀਡੀਅਮ ਦੇ ਉੱਪਰ ਕਰਵਾਣੀ ਹੈ ਲਾਈਟ। ਸਪੋਜ਼ ਇਹ ਲਾਈਟ ਹੈ ਔਰ ਇਹ ਇਹਦਾ ਨਾਰਮਲ ਹੈ। ਠੀਕ ਹੈ, ਨਾਰਮਲ ਦਾ ਮਤਲਬ ਪਰਪੈਂਡੀਕੂਲਰ। ਠੀਕ ਹੈ, ਇਹ ਜਸਟ ਸਮਝਣ ਲਈ, ਠੀਕ ਹੈ, ਤਾਂ ਕਿ ਤੁਹਾਨੂੰ ਕਲੈਰਿਟੀ ਹੋ ਸਕੇ। ਹੁਣ ਸਪੋਜ਼ ਕੀ ਹੈ, ਇਹ ਜਿਹੜੀ ਲਾਈਟ ਹੈ ਇਧਰੋਂ ਆ ਰਹੀ ਹੈ ਔਰ ਇਹ ਇੱਕ ਪੁਆਇੰਟ ਆ, ਉਹਨੂੰ ਆਪਾਂ O ਦਾ ਨਾਮ ਦੇ ਦਿੰਦੇ ਆ, ਓਰੀਜਨ, ਕਿ ਉਹ ਪੁਆਇੰਟ ਆ ਜਿੱਥੇ ਇਹ ਜਿਹੜੀ ਲਾਈਟ ਹੈ ਇਹ ਇਨਸੀਡੈਂਟ ਹੋ ਰਹੀ ਹੈ। ਠੀਕ ਹੈ, ਇਹਦੇ ਉੱਪਰ ਪੈ ਰਹੀ ਹੈ। ਇਹ ਕਿਹੜੀ ਲਾਈਟ ਹੈ ਜਿਹੜੀ ਇਨਸੀਡੈਂਟ ਹੋ ਰਹੀ ਹੈ, ਇਸੇ ਕਰਕੇ ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਇਨਸੀਡੈਂਟ ਰੇ। ਠੀਕ ਹੈ, ਇਹ ਰੇ ਕਿਹੜੀ ਹੈ, ਇਨਸੀਡੈਂਟ ਰੇ ਹੈ। ਹੁਣ ਇਹਦੇ ਤੋਂ ਬਾਅਦ ਕੀ ਹੈ ਕਿ ਦੋ ਤਰ੍ਹਾਂ ਦੀਆਂ ਕੰਡੀਸ਼ਨ ਹੁੰਦੀਆਂ। ਠੀਕ ਹੈ, ਪਹਿਲਾਂ ਫਸਟ ਕੰਡੀਸ਼ਨ ਆਪਾਂ ਡਿਸਕਸ ਕਰਦੇ ਹਾਂ। ਫਸਟ ਹੈਗੀ ਹੈ ਤੁਹਾਡੀ ਰਿਫਲੈਕਸ਼ਨ। ਠੀਕ ਹੈ, ਰਿਫਲੈਕਸ਼ਨ ਦਾ ਕੀ ਮਤਲਬ ਹੈਗਾ, ਬਾਉਂਸ ਬੈਕ, ਕਿ ਕੁਝ ਲਾਈਟ ਜਿਹੜੀਆਂ ਫਾਲ ਕਰਦੀਆਂ ਔਰ ਫਾਲ ਕਰਨ ਤੋਂ ਬਾਅਦ ਉਹ ਵਾਪਸ ਚਲ ਜਾਂਦੀਆਂ। ਠੀਕ ਹੈ, ਸਪੋਜ਼ ਇਹ ਲਾਈਟ ਇਨਸੀਡੈਂਟ ਹੋ ਗਈ ਔਰ ਇਨਸੀਡੈਂਟ ਹੋਣ ਤੋਂ ਬਾਅਦ ਇਹ ਕੀ ਹੋ ਗਈ, ਬਾਉਂਸ ਬੈਕ, ਵਾਪਸ ਚਲੀ ਗਈ। ਠੀਕ ਹੈ, ਰਿਫਲੈਕਟ ਕਰ ਗਈ। ਠੀਕ ਹੈ, ਔਰ ਇਹਨੂੰ ਆਪਾਂ ਕਹਿ ਦਿੰਦੇ ਆ ਰਿਫਲੈਕਟਡ ਰੇ। ਠੀਕ ਹੈ, ਕਿਉਂਕਿ ਇਹ ਜਿਹੜੀ ਲਾਈਟ ਹੈ ਇਹ ਕੀ ਹੋ ਗਈ ਹੈ, ਰਿਫਲੈਕਟ ਹੋ ਗਈ, ਇਸ ਕਰਕੇ ਆਪਾਂ ਇਹਦਾ ਨਾਮ ਰੱਖਤਾ ਰਿਫਲੈਕਟਡ ਰੇ। ਠੀਕ ਹੈ, ਔਰ ਰਿਫਲੈਕਸ਼ਨ ਆਫ ਰੇ ਨੂੰ ਆਪਾਂ ਸਿੰਪਲੀ ਡਿਫਾਈਨ ਕਰਨਾ ਹੋਏ ਤੇ ਆਪਾਂ ਕੀ ਕਰ ਸਕਦੇ ਆ, ਬਾਉਂਸ ਬੈਕ। ਠੀਕ ਹੈ, ਦੀ ਰੇਜ਼ ਦੈਟ ਬਾਉਂਸ ਬੈਕ, ਉਹ ਲਾਈਟ ਜਿਹੜੀ ਬਾਉਂਸ ਬੈਕ ਹੋ ਜਾਂਦੀ, ਵਾਪਸ ਚਲੇ ਜਾਂਦੀ ਹੈ, ਜਿਹੜੀ ਡਾਇਰੈਕਸ਼ਨ ਚ ਆਈ ਹੈ ਉਸੇ ਡਾਇਰੈਕਸ਼ਨ ਚ ਵੀ ਜਾ ਸਕਦੀ ਜਾਂ ਹੋਰ ਡਾਇਰੈਕਸ਼ਨ ਚ ਵੀ। ਬਟ ਇਹ ਮੀਡੀਅਮ ਜਿਹੜਾ ਹੈ ਇਹਨੇ ਕੀ ਇਹਨੂੰ ਕਰਤਾ, ਇਹਨੇ ਇਹਨੂੰ ਰਿਫਲੈਕਟ ਕਰਤਾ, ਇਹਨੇ ਆਪਣੇ ਵੱਲ ਇਹਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ, ਆਪਣੇ ਵਿੱਚ ਇਹਨੇ ਕੀ ਕਰ ਦਿੱਤਾ, ਉਹਨੂੰ ਰਿਫਲੈਕਟ ਕਰਤਾ। ਠੀਕ ਹੈ, ਔਰ ਇਹਨੂੰ ਆਪਾਂ ਕਹਿੰਦੇ ਆ ਰਿਫਲੈਕਟਡ। ਹੁਣ ਸੈਕੰਡ ਕੀ ਹੈਗਾ ਕਿ ਇਹ ਆਪਾਂ ਗੱਲ ਕੀਤੀ ਨਾਰਮਲ। ਠੀਕ ਹੈ, ਸਪੋਜ਼ ਇਹ ਨਾਰਮਲ ਆ, ਇਹਨੂੰ ਆਪਾਂ N ਨਾਲ ਡਿਨੋਟ ਕਰ ਰਹੇ ਹਾਂ ਔਰ ਇਹ ਜਿਹੜਾ ਇਨਸੀਡੈਂਟ ਰੇ ਹੈ ਔਰ ਨਾਰਮਲ, ਇਹਨਾਂ ਦੋਨਾਂ ਦੇ ਵਿੱਚ ਇੱਕ ਐਂਗਲ ਕ੍ਰੀਏਟ ਹੋ ਰਿਹਾ ਹੈ। ਠੀਕ ਹੈ, ਔਰ ਇਹ ਜਿਹੜਾ ਐਂਗਲ ਆ ਇਹਨੂੰ ਆਪਾਂ ਸਮਾਲ I ਨਾਲ ਡਿਨੋਟ ਕਰ ਦਿੰਦੇ ਆ। ਕਿਉਂ, ਕਿਉਂਕਿ ਇਨਸੀਡੈਂਟ ਰੇ ਹੈ, ਇਸੇ ਕਰਕੇ ਇਹਦਾ ਨਾਮ I ਰੱਖ ਦਿੱਤਾ ਹੈ।
ठीक है। और ये एंगल की है इंसीडेंट एंगल ऑफ इनू ਆਪਾਂ ਕੀ ਕਹਾਂਗੇ ਇਹ ਕਾਦੇ ਨਾਲ ਬਣ ਰਿਹਾ ਨਾਰਮਲ ਐਂਡ ਇੰਸੀਡੈਂਟ ਰੇ ਦੇ ਨਾਲ ਐਂਗਲ ਬਣਿਆ ਇਸ ਕਰਕੇ ਇਹਨੂੰ ਆਪਾਂ ਐਂਗਲ ਆਫ ਇਨਸੀਡੈਂਸ ਕਹਾਂਗੇ ठीक है। ਕੀ ਕਹਾਂਗੇ ਆਪਾਂ ਐਂਗਲ ਆਫ ਇਨਸੀਡੈਂਸ। ਨੈਕਸਟ ਇੱਕ ਐਂਗਲ ਹੋਰ ਕ੍ਰੀਏਟ ਹੋ ਰਿਹਾ ਉਹ ਕਿੱਧਰ ਕਿਹਦੇ ਨਾਲ ਹੋ ਰਿਹਾ ਉਹ ਹੋ ਰਿਹਾ ਰਿਫਲੈਕਟਡ ਰੇ ਦੇ ਨਾਲ ਔਰ ਅਗੇਨ ਨਾਰਮਲ ਜਿਹੜਾ ਵਾ ਰਿਫਲੈਕਟਡ ਰੇ ਦੇ ਨਾਲ ਐਂਗਲ ਬਣਾ ਰਿਹਾ और फर्स्ट लैटर जिदा इत्थे आई लिया ही आपां इहदा भी फर्स्ट लैटर आपां आर ले लांगे ताकि आसानी नाल समझ आ जाए कि जिहड़ा एंगल ऑफ ये किहड़ा हैगा ये रिफ्लैक्टेड रे दे नाल एंगल बन रहा और इस करके इहदा नाम आपां की रख दांगे एंगल ऑफ रिफ्लेक्शन। ठीक है ये की हैगा एंगल ऑफ रिफ्लेक्शन। हुण ਇਹ ਹੀ ਤੁਹਾਡਾ ਓਵਰਆਲ ਟੌਪਿਕ ਰਿਫਲੈਕਸ਼ਨ ਦਾ। ਰਿਫਲੈਕਸ਼ਨ ਮਤਲਬ ਜਿਹੜਾ ਆਪਾਂ ਫਸਟ ਕੇਸ ਦੀ ਗੱਲ ਕੀਤੀ ਕਿ ਲਾਈਟ ਦੇ ਵਿੱਚ ਦੋ ਕੇਸ ਹੋ ਸਕਦੇ ਆ। ਫਸਟ ਇਹ ਹੋ ਸਕਦਾ ਹੈ ਕਿ ਜਿਹੜੀ ਲਾਈਟ ਹੈ ਉਹ ਬਾਉਂਸ ਬੈਕ ਵਾਪਸ ਚਲ ਜੇ ਠੀਕ ਹੈ ਔਰ ਜਦੋਂ ਵਾਪਸ ਚਲ ਜੇਗੀ ਕਿ ਉਹ ਐਂਗਲ ਆਫ ਰਿਫਲੈਕਸ਼ਨ ਹੋਏਗਾ। ਹਾਂ ਇੱਕ ਚੀਜ਼ ਹੋਰ ਕਿ ਜਦੋਂ ਵੀ ਰਿਫਲੈਕਸ਼ਨ ਹੋਏਗੀ ਉਹ ਦੋ ਤਰ੍ਹਾਂ ਨਾਲ ਹੋ ਸਕਦੀ ਹੈ। ਇੱਕ ਹੁੰਦੀ ਹੈ ਰੈਗੂਲਰ ਠੀਕ ਹੈ ਔਰ ਦੂਸਰੀ ਹੁੰਦੀ ਹੈ ਇਰੈਗੂਲਰ। रेगुलर का मतलब है कि जिवें आ रही है ए लाइट आई और बाउंस बैक ए लाइट आई अगेन इत्थे स्ट्राइक कीती बाउंस बैक ठीक है। जिन्ना एंगल तुहाडा ए बन रहा उन्ना ही एंगल ए बने ठीक है। इत्थे की होएगा कि एंगल ऑफ इंसीडेंस इज इक्वल टू की होएगा एंगल ऑफ रिफ्लेक्शन कि जिन्ने एंगल दे उत्ते आ जिहड़ी लाइट है ठीक है जिन्ने एंगल दे उपर वो इंसीडेंट हो रही है उन्ने एंगल दे उत्ते रिफ्लेक्ट होंदी है then ਉਹਨੂੰ ਆਪਾਂ ਕਹਾਂਗੇ ਕਿ ਰੈਗੂਲਰ ਠੀਕ ਹੈ। ਇਹ ਜਿਹੜੀ ਰਿਫਲੈਕਸ਼ਨ ਆ ਇਹ ਕਿਹੜੀ ਰਿਫਲੈਕਟ ਇਹ ਲਾਈਟ ਕਿਹੜੀ ਹੈ ਇਹਨੂੰ ਆਪਾਂ ਇਹ ਰੈਗੂਲਰ ਠੀਕ ਹੈ ਇਰੈਗੂਲਰ ਰਿਫਲੈਕਸ਼ਨ ਹੈਗੀ ਹੈ। ਦੈਨ ਨੈਕਸਟ ਇਰੈਗੂਲਰ ਦਾ ਮਤਲਬ ਹੈ ਕਿ ਜਦੋਂ ਐਂਗਲ ਆਈ ਜਿਹੜਾ ਉਹ ਨਾਟ ਇਕੁਅਲ ਟੂ ਆਰ ਕਹਿਣ ਦਾ ਮਤਲਬ ਹੈ ਕਿ ਇਨਸੀਡੈਂਟ ਸਪੋਜ਼ ਇੱਥੇ ਹੋ ਰਹੀ ਹੈ ਬਟ ਰਿਫਲੈਕਟ ਕਿਤੇ ਹੋਰ ਹੋ ਰਹੀ ਹੈ ਠੀਕ ਹੈ। ਇਹ ਪੈਟਰਨ ਜਿਹੜਾ ਇਹ ਵੱਖਰਾ ਬਣ ਰਿਹਾ ठीक है इररेगुलर इस करके इहनूं आपां कहने आ इररेगुलर रिफ्लेक्शन। रेगुलर दे विच की होएगा कि एंगल ऑफ इंसीडेंट इज इक्वल टू होएगा एंगल ऑफ रिफ्लेक्शन बट इररेगुलर च की होएगा दोनों दे विच डिफरेंस होएगा ठीक है। नेक्स्ट इस तो बाद जिहड़ा नेक्स्ट टॉपिक है नेक्स्ट आपां गल करदे हां फर्स्ट आपां एक गल कीती है रिफ्लेक्शन दी ठीक है। नेक्स्ट जिहड़ा टॉपिक है वो साडा हैगा रिफ्रैक्शन रिफ्रैक्शन ठीक है। जो रिफ्रैक्शन होएगी रिफ्रैक्शन का मतलब की है अगेन आप डायग्राम ना समझांगे सपोज ए कोई मीडियम है ठीक है अगेन है नॉर्मल है ठीक है ए अगेन वही लाइट है जी इंसीडेंट कर रही थी ठीक है और इस नॉर्मल के नाल अगेन ये एंगल किहड़ा बना रही है आई एंगल और इस तरह हुण इत्थों तक तुहाडा कॉमन रहेगा ठीक है। बट नैक्सट ये डिफरेंस की आएगा डिफरेंस ये आएगा कि यह एक मीडियम ही यह उपर वाला जिन्ना भी है पोर्शन ये सारे आप कह दें कि ये फर्स्ट मीडियम है ठीक है। और यह जोड़ा मीडियम तो बाद जो नीचे वाला पोर्शन है सारा इनू आप कह देंगे कि यह है सैकेंड मीडियम ठीक है। हुण है कि है जो फर्स्ट मीडियम तो लाइट सैकेंड मीडियम च ट्रांसफर हो जाए ठीक है। यह साडा सपोज है मीडियम है यह नॉर्मल है ठीक है। हुण की कीता आपां आ लाइट आई ठीक है सपोज है लाइट यह पॉइंट हैगा यह लाइट जो आ रही है तो हुण ये की कर रही है ये ट्रांसफर कर गई हाँ जी। आप गल कर रहे हैं कि इंसीडेंट हुई बस इंसीडेंट होने तो बाद की कर गई रिफ्रैक्ट कर गई। रिफ्रैक्ट का मतलब कि ट्रांसफर कर गई दूसरे मीडियम च। हुण ये किवें हुंदा इहदे लई एक एग्जांपल लैंदे आ सपोज जिहड़ी लाइट है वो लाइट आ रही जिहड़ी इंसीडेंट हो रही है ये हवा दे विच है हवा दे विच मतलब एयर ये लाइट इत्थे इंसीडेंट हो रही और इत्थे जिहड़ा मीडियम है सपोज होएगा ग्लास ठीक है। जो इत्थे इंसीडेंट होई आप की गल कर रहे हैं कि लाइट इंसीडेंट हुई इंसीडेंट होने तो बाद वो ट्रांसफर कर गई ठीक है। तो मैं एग्जांपल ले रहा है जिवें सपोज के इंसीडेंट रे जिहड़ी है
ਉਹ ਪਹਿਲਾਂ ਹਵਾ ਦੇ ਵਿੱਚ ਹੈਗੀ ਹੈ। ਹਵਾ ਦੇ ਵਿੱਚ ਜਿਹੜਾ ਨੈਕਸਟ ਮੀਡੀਅਮ ਇੱਥੇ ਮੀਡੀਅਮ ਬਣਿਆ ਉਹ ਮੀਡੀਅਮ ਹੈ ਗਲਾਸ। ਇਹਦਾ ਮਤਲਬ ਲਾਈਟ ਇੱਥੋਂ ਕਿੱਥੇ ਟ੍ਰਾਂਸਫਰ ਕਰ ਗਈ ਗਲਾਸ ਦੇ ਵਿੱਚ। ਹੁਣ ਐ ਸਪੋਜ਼ ਇਹ ਮੀਡੀਅਮ ਜਿਹੜਾ ਹਵਾ ਹੀ 에ਅਰ ਔਰ ਇਹ ਮੀਡੀਅਮ ਹੈਗਾ ਗਲਾਸ ਔਰ ਇੱਥੋਂ ਲਾਈਟ ਆਈ ਔਰ ਇੱਥੇ ਟ੍ਰਾਂਸਫਰ ਕਰ ਗਈ। ਹੁਣ ਅਗੇਨ ਪਹਿਲੀ ਚੀਜ਼ ਆਪਾਂ ਫਸਟ ਕੀਤੀ ਸੀ ਰਿਫਲੈਕਸ਼ਨ, ਜਦੋਂ ਲਾਈਟ ਜਿਹੜੀ ਬਾਉਂਸ ਬੈਕ ਚਲ ਗਈ, ਠੀਕ ਹੈ। ਦੈਨ ਜਦੋਂ ਲਾਈਟ ਇੱਥੇ ਆਈ ਉਸ ਤੋਂ ਬਾਅਦ ਹੁਣ ਲਾਈਟ ਟ੍ਰਾਂਸਫਰ ਕਰ ਗਈ, ਜਦੋਂ ਟ੍ਰਾਂਸਫਰ ਕਰ ਗਈ ਦੈਨ ਇਹਨੂੰ ਆਪਾਂ ਕਹਿੰਦੇ ਆ ਰਿਫਰੈਕਸ਼ਨ, ਠੀਕ ਹੈ। ਹੁਣ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਕੀ ਆਇਆ ਕਿ ਇਹ ਬਾਉਂਸ ਬੈਕ ਚਲ ਗਈ, ਇਹਨੇ ਕੀ ਕੀਤਾ ਕਿ ਫਸਟ ਮੀਡੀਅਮ ਤੋਂ ਲਾਈਟ ਸੈਕੰਡ ਮੀਡੀਅਮ ਚ ਟ੍ਰਾਂਸਫਰ ਕਰ ਗਈ। ਇਹਨੇ ਆਪਣਾ ਮੀਡੀਅਮ ਜਿਹੜਾ ਚੇਂਜ ਕਰ ਲਿਆ। ਫਸਟ ਹਵਾ ਚ ਟਰੈਵਲ ਕਰ ਰਹੀ ਸੀ, ਹਵਾ ਚ ਟਰੈਵਲ ਕਰਨ ਤੋਂ ਬਾਅਦ ਇੱਥੇ ਮੀਡੀਅਮ ਗਲਾਸ ਸੀ ਔਰ ਇਹ ਗਲਾਸ ਚ ਟ੍ਰਾਂਸਫਰ ਹੋ ਗਈ। ਜਦੋਂ ਵੀ ਮੀਡੀਅਮ ਚੇਂਜ ਹੋਏਗਾ, ਠੀਕ ਹੈ, ਐਨੀ ਵਨ ਮੀਡੀਅਮ ਟੂ ਅਨਦਰ ਮੀਡੀਅਮ, ਜਦੋਂ ਵੀ ਗਲਾਸ ਜਿਹੜੀ ਲਾਈਟ ਹੈ ਉਹ ਟ੍ਰਾਂਸਫਰ ਹੋਏਗੀ ਦੈਨ ਉਹਨੂੰ ਆਪਾਂ ਕੀ ਕਹਿੰਦੇ ਆ ਕਿ ਰਿਫਰੈਕਸ਼ਨ ਹੋ ਗਈ, ਠੀਕ ਹੈ। ਉਹ ਰਿਫਰੈਕਸ਼ਨ ਹੋ ਗਈ, ਉਹਨੇ ਆਪਣਾ ਮੀਡੀਅਮ ਜਿਹੜਾ ਹੈ ਉਹ ਚੇਂਜ ਕਰ ਲਿਆ। ਦੈਨ ਇੱਥੇ ਅਗੇਨ ਐਂਗਲ ਬਣਨਗੇ, ਇੱਥੇ ਆਈ ਬਣਿਆ, ਅਗੇਨ ਇਹਨੂੰ ਆਪਾਂ ਰਿਫਰੈਕਸ਼ਨ ਆ ਤੇ ਐਂਗਲ ਆਰ ਨਾਲ ਹੀ ਡਿਨੋਟ ਕਰ ਰਹੇ ਆ, ਠੀਕ ਹੈ। ਬਟ ਡਿਫਰੈਂਸ ਪਤਾ ਲੱਗ ਗਿਆ ਤੁਹਾਨੂੰ, ਪਹਿਲੇ ਚ ਐਂਗਲ ਆਫ ਰਿਫਲੈਕਸ਼ਨ ਹੀ, ਇੱਥੇ ਐਂਗਲ ਆਫ ਰਿਫਰੈਕਸ਼ਨ ਹੋ ਜਾਏਗਾ, ਠੀਕ ਹੈ। ਫਰਕ ਇੰਨਾ ਪਏਗਾ। ਔਰ ਇਹੀ ਐਂਗਲ ਆਫ ਇਨਸੀਡੈਂਸ ਜਿਹੜਾ ਹੀ ਤੇ ਐਂਗਲ ਆਫ ਰਿਫਲੈਕਸ਼ਨ। ਹੁਣ ਇਹਨਾਂ ਦੇ ਵਿੱਚ ਨੈਕਸਟ ਡਿਫਰੈਂਸ ਕੀ ਆਉਂਦਾ ਜਦੋਂ ਮੀਡੀਅਮ ਫਸਟ ਤੋਂ ਸੈਕੰਡ ਮੀਡੀਅਮ ਚ ਟ੍ਰਾਂਸਫਰ ਹੋ ਜਾਂਦੀ ਹੈ। ਉਹਦੇ ਲਈ ਆਪਾਂ ਨੈਕਸਟ ਟੌਪਿਕ ਦੇ ਨਾਲ ਮਿਲਾਂਗੇ, ਠੀਕ ਹੈ, ਜਿਹਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ ਕਿ ਜਦੋਂ ਰਿਫਰੈਕਸ਼ਨ ਆਫ ਲਾਈਟ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ, ਠੀਕ ਹੈ, ਔਰ ਉਹਨੂੰ ਡਿਟੇਲ ਚ ਸਮਝਾਂਗੇ। ਔਰ ਇਹਨੂੰ ਵੇਖਣ ਦੇ ਲਈ ਨੈਕਸਟ ਵੀਡੀਓ ਜਿਹੜੀ ਹੈ ਉਹਨੂੰ ਵੇਖਣਾ ਪਏਗਾ। ਔਰ ਨੈਕਸਟ ਪਹਿਲੀ ਤੁਹਾਡੀ ਆਏਗੀ ਐਂਗਲ ਆਫ ਰਿਫਲੈਕਸ਼ਨ ਦੀ ਵੀਡੀਓ, ਨੈਕਸਟ ਵੀਡੀਓ ਆਏਗੀ ਐਂਗਲ ਆਫ ਰਿਫਰੈਕਸ਼ਨ, ਠੀਕ ਹੈ। ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ।